ਮੰਦਭਾਗੀ ਘਟਨਾ ਹੋਈ ਆ ਉਸ ਤਹਿਤ ਪੂਰਾ ਭਾਰਤ ਜਿਹੜਾ ਰੋਸ ਦੇ ਵਿੱਚ ਆ ਇਸ ਚੀਜ਼ ਨੂੰ ਲੈ ਕੇ ਕਿ ਕਦੋਂ ਤੱਕ ਜਿਹੜੀਆਂ ਇਹ ਧੀਆਂ ਨੇ ਇਸ ਦਰਿੰਦਿਆਂ ਦੀ ਬਲੀ ਚੜ੍ਹਦੀਆਂ ਰਹਿਣਗੀਆਂ। ਸੋ ਅੱਜ ਜਿਹੜਾ ਸ਼ਿੰਗਾਰਾ ਸਿੰਘ ਹਸਪੀਟਲ ਤੋਂ ਤੁਰਦੇ ਹੋਏ ਪੈਦਲ ਅੰਬੇਡਕਰ ਚੌਂਕ ਦੇ ਵਿੱਚ ਆਏ ਤਾਂ ਤੁਸੀਂ ਦੇਖ ਸਕਦੇ ਕਿ ਜਿਹੜਾ ਅੱਜ ਇਹਨਾਂ ਵੱਲੋਂ ਸਾਰਾ ਇਕੱਠ ਕੀਤਾ ਗਿਆ ਕਿ ਉਹਨੂੰ ਮਨੀਸ਼ਾ ਨੂੰ ਇਨਸਾਫ ਜਿਹੜਾ ਐਟਲੀਸਟ ਮਿਲ ਜਾਣਾ ਚਾਹੀਦਾ ਜਿਸ ਦਰਿੰਦਗੀ ਦੇ ਨਾਲ ਉਹਨੂੰ ਮਾਰਿਆ ਗਿਆ। यूपी सरकार हजे भी हथ साफ करती हुई नज़र आ रही है, ललकार दे दी गई है कि हजे तक भी जिहड़ा उन्हां वल्लों ये रेप नहीं मन्निया जा रहा। सो साडे नाल आम लोग भी उन्हां दे नाल गलबात करदे की कहना चाहुंदे आ जिस बच्ची दे नाल रेप होया पर सरकार नकारदी पई है कि रेप नहीं आ। जय भीम, जय भारत, जय वाल्मीकि जोत शक्ति अमर रहे। ਅਸੀਂ ਤਾਂ ਇਹ ਚਾਹੁੰਦੇ ਆ ਜੋ ਸਾਡੀ ਭੈਣ ਦੇ ਨਾਲ ਅੱਜ ਗਲਤ ਹੋਇਆ ਕੱਲ੍ਹ ਨੂੰ ਸਾਡੀਆਂ ਬੇਟੀਆਂ ਵੀ ਸੜਕਾਂ ਤੇ ਉਤਰ ਜਾਣਗੀਆਂ ਬਾਹਰ ਨਿਕਲਦੇ। ਅੱਜ ਉਮੀਦ ਨਹੀਂ ਕਿ ਸਾਨੂੰ ਸਾਡੀਆਂ ਬੇਟੀਆਂ ਸੇਫ ਹਨ ਸਾਡੇ ਸ਼ਹਿਰ ਵਿੱਚ ਜਾਂ ਪਿੰਡ ਵਿੱਚ। ਅਸੀਂ ਇਹੀ ਚਾਹੁੰਦੇ ਆ ਕਿ ਸਾਡੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ। ਸਾਡੀ ਭੈਣ ਸੀ ਛੋਟੀ ਜਾਂ ਵੱਡੀ ਲਾ ਲਓ, ਸਾਨੂੰ ਚਾਹੁੰਦੇ ਆ ਸਾਡੇ ਵੱਲੋਂ ਪੂਰਾ ਸਾਨੂੰ ਇਹ ਹੋਣਾ ਚਾਹੀਦਾ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ। ਜੋ ਯੂਪੀ ਸਰਕਾਰ ਕਰ ਰਹੀ ਹੈ ਉਹ ਸਭ ਗਲਤ ਕਰ ਰਹੀ ਹੈ। ਕੱਲ੍ਹ ਨੂੰ ਉਹਨਾਂ ਦੀਆਂ ਬੇਟੀਆਂ ਵੀ ਸਰਕਾਰ ਦੀਆਂ ਵੀ ਬਾਹਰ ਆਣੀਆਂ ਨੇ, ਉਹਨਾਂ ਨੇ ਵੀ ਸੜਕਾਂ ਤੇ ਆਣਾ। ਇਸ ਕਰਕੇ ਕਹਿੰਦੇ ਜੋ ਉਸ ਬੱਚੀ ਨੂੰ ਇਨਸਾਫ ਨਹੀਂ ਮਿਲੇਗਾ ਇਸ ਕਰਕੇ ਪੂਰੀ ਸਰਕਾਰ ਨੂੰ ਵੀ ਨਹੀਂ ਅੱਗੇ ਤੋਂ ਇਨਸਾਫ ਮਿਲੇਗਾ। ਅਗਰ ਜੇ ਉਸ ਨੂੰ ਨਹੀਂ ਇਨਸਾਫ ਮਿਲਿਆ ਅਸੀਂ ਹੋਰ ਰੋਜ਼ ਪ੍ਰਦਰਸ਼ਨ ਕਰਾਂਗੇ, ਦਿਨ ਰਾਤ ਇੱਦਾਂ ਹੀ ਸੜਕਾਂ ਤੇ ਉਤਰਾਂਗੇ ਜੇ ਸਾਡੀ ਭੈਣ ਨੂੰ ਨਾ ਇਨਸਾਫ ਮਿਲਿਆ। ਥੈਂਕ ਯੂ ਜੀ। पर किवें देखदे इस चीज़ नूं क्योंकि लगातार कुड़ियां दे नाल शोषण हो रहा ते कुड़ियां अज भी सुरक्षित जड़ियां नहीं लग रही। तुसीं अपने आप नूं कित्थों लगदा तुहानूं कि तुसीं सेफ रह पाओगे क्योंकि जदों जिक्र आउंदा प्रियंका रेड्डी दा उदों एकदम एनकाउंटर कर दिता गया ते अज सरकार ये गल नूं क्लीयर कर रही है कि जिहड़ा रेप वो होया ही नहीं जी। ये गलत गल है। मापे उन्होंने मदर उन्होंने गवाह आ जो उस टाइम उस सी गवाह आ। रूल कानून ये मंगता ना प्रूफ मंगता है तो गवाह मंगता। उस टाइम उन्होंने मदर गवाह आ जो उन्होंने अखा के सामने सब कुछ होया उन्होंने गवाही नहीं सरकार मानती तो गलत हो रहा है। उन्होंने मदर जो गवाही दे रहे उन्होंने भी इनकारिया जा रहा है। ये गलत है, सब कुछ हो रहा कल उन्होंने गलत हो रहा कल साडे नाल भी हो रहा है। इस करके असीं कहंदे ਅਸੀਂ ਮਨੀਸ਼ਾ ਨੂੰ ਸਾਥ ਦਵਾਉਣਾ ਹੈ ਬੇਟਾ। ਕੀ ਹੋਇਆ ਮਨੀਸ਼ਾ ਦੇ ਨਾਲ? ਮਨੀਸ਼ਾ ਨਾਲ ਬਲਾਤਕਾਰ ਹੋਇਆ ਜੀ ਪਰ ਸਰਕਾਰ ਤਾਂ ਕਹਿੰਦੀ ਨਹੀਂ ਹੋਇਆ, ਬੀਜੇਪੀ ਸਰਕਾਰ ਨਕਾਰਦੀ ਪਈ ਇਸ ਨੂੰ। ਸਰਕਾਰ ਝੂਠ ਬੋਲਦੀ ਹੈ ਬੇਟਾ ਜੀ। ਸਰਕਾਰ ਬਿਲਕੁਲ ਝੂਠ ਬੋਲਦੀ ਹੈ ਜੀ। ਮਨੀਸ਼ਾ ਨਾਲ ਹੋਇਆ ਵਾ ਬਲਾਤਕਾਰ ਤਾਂ ਹੋਇਆ ਵਾ ਜੀ। ਹੋਰ ਵੀ ਸਾਡੇ ਨਾਲ ਇੱਥੇ तमाम ਲੋਕ ਨੇ। ਆਂਟੀ ਕੀ ਕਹਿਣਾ ਚਾਹੁੰਦੇ ਕਿਉਂਕਿ ਸਰਕਾਰ ਬਾਰ-ਬਾਰ ਇਹ ਗੁਹਾਰ ਲਗਾ ਕੇ ਕਹਿ ਰਹੀ ਰੇਪ ਨਹੀਂ ਹੋਇਆ, ਇੱਕ ਹੱਡੀ ਟੁੱਟਣ ਦੇ ਨਾਲ ਉਹਦੀ ਮੌਤ ਹੋਈ ਆ। ਯੂਪੀ ਸਰਕਾਰ ਬੀਜੇਪੀ ਸਰਕਾਰ ਖੁਦ ਲਾਈਵ ਉਹਦਾ ਸੰਸਕਾਰ ਦੇਖਦੇ ਹੋ, ਸਾਰੀ ਚੀਜ਼ ਨੂੰ ਕਿਵੇਂ ਦੇਖਦੇ? ਇਹ ਮੈਮ ਬਹੁਤ ਗਲਤ ਗੱਲ ਹੋਈ ਆ। ਅਸੀਂ ਚਾਹੁੰਦੇ ਆ ਕਿ ਆਪਣੀ ਭੈਣ ਮਨੀਸ਼ਾ ਨੂੰ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ। ਜੀ ਅੱਜ ਤੁਸੀਂ ਸਾਰੇ ਬਾਹਰ ਨਿਕਲ ਕੇ ਆਏ ਆ, 30 ਸਾਲ ਪੁਰਾਣੇ ਕੇਸਿਸ ਹਜੇ ਵੀ ਪਏ ਨੇ, ਹਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਯੂਪੀ ਦੇ ਵਿੱਚ ਹੋਇਆ, ਫਿਰ ਰਾਜਸਥਾਨ ਦੇ ਵਿੱਚ ਹੋਇਆ, ਯੂਪੀ ਦੇ ਵਿੱਚ ਲਗਾਤਾਰ 2 ਘਟਨਾਵਾਂ ਹੁੰਦੀਆਂ ਨੇ, ਲੁਧਿਆਣੇ ਦੇ ਵਿੱਚ 8 ਸਾਲ ਦੀ ਕੁੜੀ ਦਾ ਰੇਪ ਹੁੰਦਾ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿੱਥੇ ਸਟੈਂਡ ਕਰਦੇ ਹੋ? ਅਸੀਂ ਚਾਹੁੰਦੇ ਆ ਕਿ ਉਹਨਾਂ ਸਾਰੀਆਂ ਕੁੜੀਆਂ ਨੂੰ ਵੀ ਇਨਸਾਫ ਮਿਲੇ। ਜੀ ਇੱਕ ਪਾਸੇ ਤਾਂ ਮੋਦੀ ਸਰਕਾਰ ਕਹਿੰਦੀ ਆਤਮ ਨਿਰਭਰ ਬਣਨਾ ਚਾਹੀਦਾ ਤੇ ਕੀ ਲੱਗਦਾ ਕਿ ਕੁੜੀਆਂ ਨੂੰ ਕੀ ਬਣਨਾ ਚਾਹੀਦਾ ਜਦੋਂ ਕੁੜੀਆਂ ਥੋੜਾ ਜਿਹਾ ਅੱਗੇ ਉੱਠਣ ਲੱਗਦੀਆਂ ਉਹਨਾਂ ਦੇ ਨਾਲ ਪਹਿਲੇ ਇੰਨੀ ਦਰਿੰਦਗੀ ਦੇ ਨਾਲ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਕਿੱਥੇ ਕੁੜੀਆਂ ਸਟੈਂਡ ਕਰਨਗੀਆਂ, ਕਿਵੇਂ ਘਰੋਂ ਨਿਕਲਣ ਦੀ ਕੋਸ਼ਿਸ਼ ਵੀ ਕਰ ਸਕਦੀਆਂ ਨੇ? ਜਿੰਨੀ ਦੇਰ ਤੱਕ ਕੁੜੀਆਂ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਕਿਤੇ ਸਟੈਂਡ ਹੀ ਨਹੀਂ ਕਰ ਸਕਦੇ। ਮੇਰਾ ਸਵਾਲ ਇਹ ਨਹੀਂ ਹੈ, ਮੇਰਾ ਸਵਾਲ ਹੈ ਕਿ ਆਤਮ ਨਿਰਭਰ ਕਿਵੇਂ ਬਣਨਗੀਆਂ? ਆਤਮ ਨਿਰਭਰ ਤਾਂ ਜਿੰਨੀ ਦੇਰ ਤੱਕ ਹੁਣ ਦੇਖੋ ਕੁੜੀਆਂ ਨੂੰ ਥੋੜਾ ਬਣਨਾ ਹੀ ਪੈਣਾ ਆ। ਸੋ ਹੋਰ ਵੀ ਲੋਕ ਨੇ, ਕੀ ਕਹਿਣਾ ਚਾਹੁੰਦੇ? ਇਨਸਾਫ ਲੈਣਾ ਚਾਹੁੰਦੇ ਅਸੀਂ। ਕਾਹਦੇ ਲਈ ਤੁਸੀਂ ਆਏ? ਅਸੀਂ ਮਨੀਸ਼ਾ ਵਾਸਤੇ ਆਏ ਹੋਏ ਆ ਜੀ। ਹਾਂਜੀ। ਮਨੀਸ਼ਾ ਦਾ ਤਾਂ ਬਲਾਤਕਾਰ ਹੋਇਆ ਹੀ ਨਹੀਂ, ਬੀਜੇਪੀ ਸਰਕਾਰ ਕਹਿੰਦੀ। ਕਿਉਂ ਨਹੀਂ ਹੋਇਆ ਜੀ? ਹੋਇਆ ਆ, ਬਹੁਤ ਬੁਰਾ ਮਾਰਿਆ ਉਹਨੂੰ। ਜੀ ਪਰ ਸਰਕਾਰ ਕਹਿ ਰਹੀ ਕਿ ਉਹਦੀ ਇੱਕ ਗਰਦਨ ਦੀ ਉਹ ਟੁੱਟਣ ਦੇ ਨਾਲ ਉਹਦੀ ਮੌਤ ਹੋਈ ਆ। ਉਹਨੂੰ ਇੰਨਾ ਬੁਰਾ ਮਾਰਿਆ ਉਹਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ, ਉਹਦੀ ਜੀਭ ਕੱਟ ਦਿੱਤੀ ਗਈ। ਸਾਨੂੰ ਇਨਸਾਫ ਚਾਹੀਦਾ। ਸਾਡੀ ਸਰਕਾਰ ਗੁੰਡੀ ਹੈ। हाँ गुंडी है सरकार, लेडी ते जुल्म कर दिया। ਇੱਕ ਪਾਸੇ ਛੋਟੇ ਬੱਚਿਆਂ ਦਾ 5-6 ਸਾਲ ਦਾ ਬੱਚੀ ਦਾ ਨਿਰਭਰ ਬਣੋ, ਅੱਗੇ ਵਧੋ। ਇਸ ਤਰ੍ਹਾਂ ਅੱਗੇ ਵਧਣਾ ਹੈ ਜੇ ਤੁਸੀਂ ਕੁਝ ਕਰਨਾ ਹੀ ਨਹੀਂ ਹੈ ਕੁੜੀਆਂ ਵਾਸਤੇ। ਇਸ ਤਰ੍ਹਾਂ ਕਿਸ ਤਰ੍ਹਾਂ ਅੱਗੇ ਵਧਿਆ ਜਾਏਗਾ? ਕੱਲ ਨੂੰ ਆਪਣੇ ਮੁੰਡੇ ਕਿਹਨਾਂ ਨਾਲ ਵਿਆਹਣਗੇ ਤੇ ਕੀ ਕੁੜੀਆਂ ਦਾ ਅੱਗੇ ਆ ਕੇ ਕੀ ਹਾਲ ਹੋਣਾ ਹੈ? ਤਾਂ ਮਾਵਾਂ ਤਾਂ ਕੁੜੀਆਂ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦੇਣਗੀਆਂ ਜੇ ਇਦਾਂ ਦਾ ਹਾਲ ਰਿਹਾ ਤਾਂ। ਸਾਡੇ ਨਾਲ ਛੋਟੇ ਬੱਚੇ ਵੀ ਇੱਥੇ ਆਏ ਹੋਏ ਨੇ। ਰਾਜਾ ਇੱਕ ਪਾਸੇ ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ ਬੇਟੀ ਬਚਾਓ ਬੇਟੀ ਪੜਾਓ, ਕੀ ਲੱਗਦਾ ਆਪਣੇ ਆਪ ਨੂੰ ਦੇਖ ਕੇ ਅੱਜ ਇਹੋ ਜਿਹੀਆਂ ਕਾਨੂੰਨੀਆਂ ਹਰਕਤਾਂ ਦੇਖ ਕੇ ਕਿ ਤੁਸੀਂ ਸੇਫ ਮਹਿਸੂਸ ਕਰਦੇ ਹੋ? नहीं ਕੀ ਲੱਗਦਾ? उसी वक्त फांसी देनी चाहिए अगर इदा का कुछ होवे तां ये लागू होने चाहिए। ਜੀ ਕੀ ਕਹਿਣਾ ਚਾਹੁੰਦੇ ਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਇਹੀ
ਹੋਣਾ ਸcenario ਨੂੰ ਨਹੀਂ ਦੇਖਦੇ ਹੋ? ਨਹੀਂ ਇਹ ਹੋਣਾ ਨਹੀਂ ਚਾਹੀਦਾ। ਬੇਟੀਆਂ ਜਿਹੜੀਆਂ ਸੁਰੱਖਿਅਤ ਨਹੀਂ ਹੈ ਸਾਡੇ ਸ਼ਹਿਰਾਂ 'ਚ, ਕੋਈ ਬੇਟੀ ਇਕੱਲੀ ਜਾ ਨਹੀਂ ਸਕਦੀ ਕਿਤੇ, ਜੀ। ਤਾਂ ਇਹਨਾਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਆ। ਜੀ। ਦੈਟਸ ਸੋ ਹੋਰ ਵੀ ਲੋਕ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ। ਆਂਟੀ, ਕਿਸ ਕਾਰਨ ਤੁਸੀਂ ਅੱਜ ਇੱਥੇ ਆਏ ਹੋ? ਲੜਕੀ ਦੇ ਕਾਰਨ ਆਏ ਹਾਂ, ਜੋ ਕਿਹੜੀ ਲੜਕੀ ਦੇ ਕਾਰਨ? ਮਨੀਸ਼ਾ ਦੇ, ਜੀ, ਕੀ ਹੋਇਆ ਮਨੀਸ਼ਾ ਨੂੰ? ਉਹਦਾ ਬਲਾਤਕਾਰ ਹੋਇਆ ਆ। ਉਹਦੀ ਸਰਕਾਰ ਹਾਲਤ ਕਹਿੰਦੀ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਹੋਇਆ ਆ। ਸਰਕਾਰ ਝੂਠ ਬੋਲਦੀ, ਝੂਠੀ ਸਰਕਾਰ ਆ। ਜੀ, ਅਸੀਂ ਕਹਿਣਾ ਚਾਹੁੰਦੇ ਵੀ ਸਾਡੀਆਂ ਧੀਆਂ ਭੈਣਾਂ ਲੋਕਾਂ ਦੇ ਘਰਾਂ 'ਚ ਕੰਮ ਕਰ ਜਾਂਦੇ ਮਜਬੂਰੀ ਖਾਤਰ। ਅਸੀਂ ਇਹ ਕਹਿੰਦੇ ਵੀ ਸਾਡੀ ਜਿਹੜੀ ਧੀ ਨੇ ਭੈਣ ਇਦਾਂ ਹੋਈ ਆ ਨਿਸ਼ਾ, ਇਨਸਾਫ ਕਰੋ, ਉਹਨਾਂ ਨੂੰ ਮਾਫ ਦਵੋ, ਫਾਂਸੀ ਦਵੋ। ਜੀ। ਬਸ ਕਰ ਜ਼ਿੰਮੇਵਾਰ ਕੁਛ ਕਿਹਨੂੰ ਠਹਿਰਾਣੇ ਉਹਦਾ? ਮਿੰਟ ਜ਼ਿੰਮੇਵਾਰ ਵਾ ਜੀ, ਤੇ ਆਂਟੀ ਵੀ ਨੇ ਕੀ ਕਹਿਣਾ ਚਾਹੁੰਦੇ, ਕੌਣ ਜ਼ਿੰਮੇਵਾਰ, ਕਿਹਨੂੰ ਠਹਿਰਾਣੇ? गवर्नमेंट है जिम्मेवार जो इमीडिएटली फैसला नहीं ले रही। लेडीज आर नॉट सेफ इन इंडिया। इमीडिएटली डिसीजन। ਧੱਕਾ ਹੋ ਰਿਹਾ। ਪਰ ਇੱਕ ਗੱਲ ਇਹ ਵੀ ਬੜੀ ਸਾਹਮਣੇ ਆਉਂਦੀ ਹੈ ਕਿ ਮੋਦੀ ਸਾਹਿਬ ਦਾ ਨਾਰਾ ਬੇਟੀ ਬਚਾਓ ਤੇ ਬੇਟੀ ਪੜਾਓ, और वो खुद ही ये काम कर रहे हैं, उनकी हेल्प कर रहे हैं, डिसीजन नहीं ले रहे, तो वो क्या बेटी बचाएंगे? ਪਰ ਅੱਜ ਹੀ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਯੋਗੀ ਦਾ, ਆਦਿਤਿਆ ਯੋਗੀ ਨਾਥ ਦਾ ਸਟੇਟਮੈਂਟ ਆਈ ਹੈ ਕਿ ਸ਼ਾਇਦ ਸਾਡੀ ਜਿਹੜੀ ਗਵਰਨਮੈਂਟ ਆ ਉਹ ਗਾਵਾਂ ਨੂੰ ਬਚਾ ਸਕਦੀ ਹੈ, ਪਰ ਬੇਟੀ ਬਚਾਉਣ ਦਾ ਸਾਡਾ ਕੰਮ ਜਿਹੜਾ ਉਹ ਨਹੀਂ ਆ। होगा, हम लोग यूनिटी करेंगे तो क्यों नहीं होगा? ਕੰਮ ਆਇਆ। अगर पब्लिक हमारे साथ है, यूनिटी 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 इज द स्ट्रेंथ, यूनियन इज द स्ट्रेंथ, ਜੀ तो गवर्नमेंट को झुकना ही पड़ेगा। ਜੀ, ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਜਿਹੜੇ ਪੈਂਡਿੰਗ ਪਏ ਨੇ, ਉਹਨਾਂ ਨੂੰ ਨਹੀਂ ਇਨਸਾਫ ਮਿਲਿਆ। ਤੇ ਇੱਥੇ ਮਨੀਸ਼ਾ ਦੇ ਨਾਲ ਹੀ ਮਾਧਵੀ ਦੇ ਨਾਲ ਜੋ ਹੋਇਆ ਬਲਰਾਮਪੁਰ ਦੇ ਵਿੱਚ, ਉਹਨੂੰ ਕਿਵੇਂ ਲੈਣਾ? उनको भी मिलना चाहिए। ਸਾਰੀ ਬੇਟੀਆਂ सबकी बेटी जो है सब सेम है। ਜੀ जो हमारी बेटी हैं वो सब देश की बेटी हैं। जी। अगर हाँ हम भी लेडीज हैं, हम भी बेटी हैं किसी की, और सारा देश भी है हमारा, भी हमारी बेटी। और हमें नहीं अगर मिलेगा इंसाफ तो फिर हम दूसरों के लिए क्या बोलेंगे? ਉਹ ਕੁੜੀਆਂ ਬਾਹਰ ਆਉਂਦੀਆਂ ਨੇ, ਸਪੈਸ਼ਲੀ ਜਿਹੜੀਆਂ ਜੌਬ ਤੇ ਜਾਂਦੀਆਂ ਨੇ, ਕੀ ਲੱਗਦਾ ਹੈ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਕਿ ਜਿਹਦੇ ਕਰਕੇ ਕੁੜੀਆਂ ਬਾਹਰ ਜਾਣ ਤੋਂ ਹਜੇ ਵੀ ਕਤਰਾਉਣਗੀਆਂ? ਬੱਚਿਆਂ ਤੇ ਕੀ ਅਸਰ ਪਏਗਾ? ਬਿਲਕੁਲ ਬਹੁਤ ਡਰ ਪੈ ਗਿਆ ਸਾਰਿਆਂ ਦੇ ਵਿੱਚ। ਬਹੁਤ ਜ਼ਿਆਦਾ ਲੋਕ ਡਰ ਰਹੇ ਹੈ ਇਸ ਚੀਜ਼ ਤੋਂ, ਕਿਉਂਕਿ ਕਤਲੇਆਮ ਸ਼ਰੇਆਮ ਇਹ ਸਭ ਕੁਝ ਹੋ ਰਿਹਾ ਹੈ। ਜੀ, और ਕਿਹਨੂੰ ਜ਼ਿੰਮੇਵਾਰ ਠਹਿਰਾਉਂਦੇ? गवर्नमेंट को कर, पर गवर्नमेंट तो क्योंकि अगर किसी को गवर्नमेंट होया ही नहीं, गवर्नमेंट फिर वो गलत है। अगर इतने लोग यहाँ आज इकट्ठे, ਇੱਕ ਮਿੰਟ ਮੈਡਮ, ਇੱਕ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ, ਬੜੇ ਮਾਨਯੋਗ ਨੇ ਸੁਪਰੀਮ ਕੋਰਟ ਦੇ ਜਿਹੜੇ ਰਿਟਾਇਰ ਜੱਜ ਸਾਹਿਬ ਨੇ, ਉਹ ਇਹ ਬਿਆਨ ਦਿੰਦੇ ਨੇ। ਇੱਕ ਮਿੰਟ ਮੈਡਮ, ਉਹ ਬਿਆਨ ਦਿੰਦੇ ਨੇ ਕਿ ਜਿਹੜਾ ਰੇਪ ਹੋਇਆ ਉਹ ਬੇਰੋਜ਼ਗਾਰੀ ਕਰਕੇ ਹੋਇਆ, ਕਿ ਮੁੰਡੇ ਬੇਰੋਜ਼ਗਾਰ ਨੇ। कौन जिम्मेवार है? वो भी तो गवर्नमेंट ही जिम्मेवार है। अनएम्प्लॉयमेंट इतनी है कि पूछो मत। ਦੂਸਰੇ ਪਾਸੇ ਸੰਬਿਤ ਪਾਤਰਾ ਇਹ ਕਹਿੰਦੇ ਨੇ ਕਿ ਇਹਦਾ पढ़े ਜ਼ਿੰਮੇਵਾਰ लिखे इंसान धक्के खा रहे हैं। ਚੀਨ ਤੇ ਪਾਕਿਸਤਾਨ ਹੈ। हाँ जी, ਚੀਨ ਤੇ ਪਾਕਿਸਤਾਨ ਹੈ। ਸੰਬਿਤ ਪਾਤਰਾ ਕਹਿੰਦੇ ਤੇ ਰੇਪ ਦਾ ਜ਼ਿੰਮੇਵਾਰ ਜਿਹੜਾ ਹੈ ਉਹ ਚੀਨ ਤੇ ਪਾਕਿस्तान। झूठ बोल रहे हैं। अगर ये बिल्कुल नहीं। तो फिर क्या जरूरत थी उनको 12 बजे रात के या 1 बजे रात के बच्ची उसको जलाने की? फिर क्यों नहीं सबको बताकर दिन को किया? उन्होंने अंतिम संस्कार उसके माँ बाप को क्यों नहीं करने दिया? फिर ये बताइए आप कि अगर ये सब कुछ नहीं हुआ था तो फिर आधी रात को जलाने का क्या मतलब था बेटी को? ये भी बताइए ना। ये भी मैं भी पूछती हूँ उनसे। मैं भी देश की बेटी हूँ, आगे मेरी भी बेटी है। मैं भी ये पूछती हूँ, मैं भी डरती हूँ कि मैं बस में जैसा हुआ था दिल्ली में, तो उसके लिए पब्लिक जागरूक हुई थी, तो उन्हें मिला था ना फैसला, तो इसीलिए हमारी पब्लिक भी जागरूक होगी। ਇਹ ਵੀ ਗੱਲ ਕਰ ਲੈਨੇ, ਤੁਸੀਂ ਨਿਰਭया ਕਾਂਡ ਦੀ ਗੱਲ ਕਰ ਰਹੇ ਆ। ਨਿਰਭया ਕਾਂਡ ਦੇ ਦੌਰਾਨ 2012 ਦੇ ਵਿੱਚ ਇਹ ਕੇਸ ਹੁੰਦਾ, ਉਹਦਾ ਇਲਾਜ ਕਰਵਾਇਆ ਜਾਂਦਾ, ਵਧੀਆ ਸਿੰਗਾਪੁਰ ਉਹਨੂੰ ਭੇਜਿਆ ਜਾਂਦਾ, ਪਰ ਇਹ ਬੱਚੀ ਇਲਾਜ ਪੱਖੋਂ ਵੀ ਰਹਿ ਗਈ। ਇਹ ਬੱਚੀ ਜਿਹੜੀ ਹੈ ਜਦੋਂ 16 ਦਿਨਾਂ ਬਾਅਦ ਇਹਦੀ ਮੌਤ ਹੋ ਜਾਂਦੀ। देखिया ही नहीं बचपन की है, जवानी की है, जी। ओदी एज की सी, ਜੀ, डुब के मरण वाली गल है, डुब के मरण वाली। शाई ऑन themselves। ਜਿਹੜਾ ਇੱਕ ਅਹਿਮ ਜਿਹੜਾ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਕਿ 1 ਸਾਲ ਦੇ ਵਿੱਚ ਪਿਛਲੇ ਸਾਲ ਵੀ ਨਵੰਬਰ ਦੇ ਵਿੱਚ ਇੱਕ ਪ੍ਰਿੰਕਾ ਰੈਡੀ ਦਾ ਕੁੜੀ ਦਾ ਰੇਪ ਹੁੰਦਾ, ਉਹਨੂੰ ਸਾੜ ਦਿੱਤਾ ਜਾਂਦਾ ਤੇ ਇਮੀਡੀਏਟਲੀ ਜਿਹੜੇ ਉਹਦੇ ਹਥਿਆਰੇ ਨੇ ਉਹਨਾਂ ਨੂੰ ਐਨਕਾਊਂਟਰ ਕਰ ਦਿੱਤਾ ਜਾਂਦਾ। ਤੇ ਜਿਹੜੀ ਮਨੀਸ਼ਾ ਵਾਲਮੀਕੀ ਦਾ ਹੁਣ ਹੋਇਆ, ਉਸ ਤੋਂ ਬਾਅਦ ਨਾਲ ਹੀ ਬਲਰਾਮਪੁਰ ਦੇ ਵਿੱਚ ਹੋ ਜਾਂਦਾ ਮਾਧਵੀ ਦੇ ਨਾਲ। ਇਹਨਾਂ ਦੋਨਾਂ ਦੇ ਹਥਿਆਰੇ ਹਜੇ ਵੀ ਜਿਉਂਦੇ ਨੇ। ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਵਿੱਚੋਂ ਸੰਦੀਪ ਠਾਕੁਰ ਆ, ਉਹਦੇ ਫਾਦਰ ਦੇ ਕਿਤੇ ਨਾ ਕਿਤੇ ਸਬੰਧ ਯੋਗੀ ਨਾਥ ਦੇ ਨਾਲ ਹੈਗੇ, ਜਿਹਦੇ ਕਰਕੇ ਉਹਨਾਂ ਨੂੰ ਇਨਸਾਫ ਜਿਹੜਾ ਮਿਲਣ ਦੇ ਲਈ ਆਸਾਰ ਘੱਟ ਲੱਗ ਰਹੇ ਨੇ। ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ, ਜੈ ਗੁਰੂਦੇਵ ਜੀ। ਅੱਜ ਅਸੀਂ ਜਲੰਧਰ ਵਾਸੀ ਜਿੰਨਾ ਆਵਾਮ ਆ, ਆਪਣੀਆਂ ਧੀਆਂ ਦੇ ਵਾਸਤੇ ਇਹ ਗੱਲ ਨੂੰ ਸਮਝਦੇ ਹੋਏ ਕਿ ਸਾਡੀਆਂ ਜਿਹੜੀਆਂ ਧੀਆਂ ਆ ਇਨਸਿਕਿਉਰ ਆ, ਚਾਹੇ ਯੂਪੀ ਹੋਵੇ ਤਾਂ ਚਾਹੇ ਹੋਵੇ ਪੰਜਾਬ। ਜੇ ਅੱਜ ਯੂਪੀ ਦੇ ਵਿੱਚ ਸਾਡੇ ਸਮਾਜ ਦੇ ਨਾਲ ਧੱਕਾ ਹੋ ਰਿਹਾ ਤਾਂ ਇਹਦੇ ਪੰਜਾਬ 'ਚ ਵੀ ਕਿਤੇ ਨਾ ਕਿਤੇ ਹੋ ਸਕਦਾ।
ਤਾਂ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਜਿਹੜੇ ਉਹ ਲੜਕੇ ਦਾ ਕੀ ਉਹਦਾ ਨਾਮ ਦੱਸਦੇ ਪਏ ਸੀ ਤੁਸੀਂ, ਸੰਦੀਪ ਜਿਹੜਾ ਠਾਕੁਰ, ਕਿ ਉਹਦੇ ਜਿਹੜੇ ਰਿਲੇਸ਼ਨ ਉਹਦੇ ਬਾਪ ਫਾਦਰ ਦੇ ਆ ਆਪਣੇ ਉੱਥੇ ਦੇ ਮੁੱਖ ਮੰਤਰੀ ਯੋਗੀ ਨਾਥ ਜੀ ਨਾਲ, ਦੇਖੋ ਰਿਲੇਸ਼ਨ ਤਾਂ ਕਿਸੇ ਦੇ ਵੀ ਹੋ ਸਕਦੇ ਆ, ਕਿ ਕੋਈ ਵੀ ਸਰਕਾਰ ਕਿਸੇ ਦੇ ਲਈ ਵੀ ਆਪਣੇ ਉੱਤੇ ਦਾਗ ਨਹੀਂ ਲਗਾਉਂਦੀ, ਠੀਕ ਆ। ਰਿਲੇਸ਼ਨ ਉਹਦਾ ਹੋਊਗਾ ਯੋਗੀ ਨਾਥ ਜੀ ਨਾਲ, ਪਰ ਲੇਕਿਨ ਐਡੀ ਵੀ ਗੱਲ ਨਹੀਂ ਆ ਕਿ ਇਹ ਸਰਕਾਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਆ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਸਖਤ ਕਾਨੂੰਨ ਬਣਾਏ ਆ, ਔਰ ਹਰ ਵਾਰੀ ਜਦੋਂ ਵੀ ਕੋਈ ਇਦਾਂ ਦੀ ਵਾਰਦਾਤ ਹੋਈ ਆ ਔਰ ਉਹਨਾਂ ਨੇ ਸਖਤੀ ਨਾਲ ਉੱਤੇ ਕਾਰਵਾਈ ਕੀਤੀ ਗਈ ਆ। ਲੇਕਿਨ ਜਿਹੜੀ ਹੁਣ ਤੁਸੀਂ ਆਪਾਂ ਗੱਲ ਕਰਦੇ ਆ, ਠੀਕ ਆ, ਉਹ ਸਾਡੇ ਦਲਿਤ ਸਮਾਜ ਦੀ ਸਾਡੀ ਧੀ ਸੀ, ਸਾਡੀ ਧੀ ਸੀਗੀ ਉਹ, ਕਿ ਸਾਨੂੰ ਤਾਂ ਬਾਰ-ਬਾਰ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਆ ਕਿ ਉਹ ਤਾਂ ਇੱਕ ਵਾਰੀ ਰੇਪ ਹੋਇਆ ਸੀ, ਹਜ਼ਾਰਾਂ ਵਾਰੀ ਆਪਣੀ ਜ਼ੁਬਾਨ ਤੋਂ ਉਹਨੂੰ ਜਲੀਲ ਕਰਨ ਦੇ ਆ ਕਿ ਬਾਰ-ਬਾਰ ਇਸ ਗੱਲ ਨੂੰ ਕਰਕੇ, ਇਸ ਕਰਕੇ ਕਿ ਅਸੀਂ ਜਿਹੜੀ ਆ ਕਿ ਇਹ ਐਜੀਟੇਸ਼ਨ ਜਿਹੜੀ ਅਸੀਂ ਅੱਜ ਸਾਰਿਆਂ ਨੇ ਕੀਤੀ ਆ, ਇਹ ਅਸੀਂ ਮਨੀਸ਼ਾ ਦੇ ਹੱਕ 'ਚ ਕੀਤੀ ਆ। ਅਗਰ ਜੇ ਤੇਲੂ ਜੀ, ਜੇ ਆਪਾਂ ਗੱਲ ਕਹਿ ਰਹੇ ਕਿ ਅਸੀਂ ਹਜ਼ਾਰਾਂ ਵਾਰ ਕਹਿ ਕੇ ਉਹਨੂੰ ਰੇਪ ਉਹਦਾ ਕਰ ਰਹੇ ਆ, ਪਰ ਯੋਗੀ ਸਰਕਾਰ ਨੇ ਤਾਂ ਨਕਾਰ ਹੀ ਦਿੱਤਾ ਕਿ ਉਹਦਾ ਰੇਪ ਹੋਇਆ ਹੀ ਨਹੀਂ, ਉਹਦੀ ਰੀੜ੍ਹ ਦੀ ਹੱਡੀ ਟੁੱਟੀ ਤਾਂ ਮੌਤ ਹੋਈ ਹੈ। ਦੇਖੋ ਇਹ ਜੋ ਹੈਗਾ ਆ, ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਆ ਕਿ ਜਿਹੜੇ ਉੱਪਰਲੇ ਲੈਵਲ ਤੱਕ ਨਹੀਂ ਜਾਂਦੀਆਂ। ਹੁਣ ਜੇ ਕੋਈ ਪ੍ਰਧਾਨ ਆ ਜਾਂ ਕੋਈ ਠਾਕੁਰ ਆ ਜਾਂ ਕੋਈ ਕਿਸੇ ਵੀ ਲੈਵਲ ਦਾ ਬੰਦਾ ਹੋਵੇ, ਜਦੋਂ ਕੋਈ ਉਹਦਾ ਲੜਾਈ ਜਾਂ ਝਗੜਾ ਹੁੰਦਾ ਨਾ, ਇਹ ਪ੍ਰੈਕਟੀਕਲੀ ਚੀਜ਼ਾਂ ਆ ਕਿ ਉਹ ਥੱਲੜੇ ਲੈਵਲ ਤੱਕ ਕੋਸ਼ਿਸ਼ ਕਰਦਾ ਆ ਕਿ ਡਾਕਟਰਾਂ ਨੂੰ, ਪ੍ਰਸ਼ਾਸਨ ਨੂੰ ਖਰੀਦ ਕੇ ਆਪਾਂ ਇਹ ਜਿਹੜੀਆਂ ਰਿਪੋਰਟਾਂ ਬਦਲੀਆਂ ਜਾਂਦੀਆਂ ਆ, ਠੀਕ ਆ। ਕਿਤੇ ਨਾ ਕਿਤੇ ਇਹ ਲੱਗਦਾ ਆ ਕਿ ਜੇ ਉਹਨਾਂ ਦੇ ਜਿਹੜੇ ਠਾਕੁਰ ਆ ਕਿ ਸਾਡਾ ਲੋਕ ਤਾਂ ਪਹਿਲਾਂ ਹੀ ਵਰਗ ਉੱਥੇ ਬਹੁਤ ਦੱਬਿਆ ਕੁਚਲਿਆ ਆ। ਆਪਾਂ ਮੰਨ ਲੈਂਦੇ ਕਿ ਯੋਗੀ ਜਿਹੜਾ ਆ ਉਹਨੂੰ ਇਸ ਚੀਜ਼ ਦਾ ਦਰਦ ਆ, ਉਹਨੂੰ ਵੀ ਦੁੱਖ ਹੈ ਇਸ ਚੀਜ਼ ਦਾ ਕਿ ਵਾਕਈ ਦਲਿਤਾਂ ਦੀ ਕੁੜੀ ਦੇ ਨਾਲ ਗਲਤ ਹੋਇਆ, ਫਿਰ ਇਸ ਸਟੇਟਮੈਂਟ ਨੂੰ ਕੀ ਕਹਿੰਦੇ ਕਿ ਠਾਕੁरों का खून गर्म है, ਠਾਕੁरों से गलतियां हो जाती हैं, ਇਹ ਯੋਗੀ ਦਾ ਬਿਆਨ ਹੈ। ਯੋਗੀ ਦਾ ਜੇ ਬਿਆਨ ਆ ਤਾਂ ਇਸ ਗੱਲ ਦਾ ਉਹਨਾਂ ਨੂੰ ਖਰਮਿਆਜਾ ਵੀ ਭੁਗਤਣਾ ਪਊਗਾ, ਠੀਕ ਨਹੀਂ। ਜੇ ਉਹਨਾਂ ਨੇ ਇਹ ਬਿਆਨ ਦਿੱਤਾ ਉਸ ਗੱਲ ਦਾ ਉਹਨਾਂ ਨੂੰ ਖਰਮਿਆਜਾ ਭੁਗਤਣਾ ਪਊਗਾ, ਕਿਉਂ ਕਿ ਇਹ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਆ, ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ, ਅਸੀਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਾਂਗੇ, ਨਾ ਨਕਾਰਾਂਗੇ। ਜੇ ਲੜਾਈ ਆ ਤਾਂ ਫਿਰ ਲਗਾਤਾਰ ਅਸੀਂ ਇਸ ਲਈ ਐਜੀਟੇਸ਼ਨ ਯੂਪੀ ਵੀ, ਚਾਹੇ ਉੱਥੇ ਦੀ ਸਰਕਾਰ ਹੋਵੇ, ਚਾਹੇ ਪੰਜਾਬ ਦੇ ਵਿੱਚ ਕਰਨੀ ਪਵੇ, ਅਸੀਂ ਲਗਾਤਾਰ ਐਜੀਟੇਸ਼ਨ ਕਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। और बयान है ਉਹਨਾਂ ਦਾ ਇਹ ਬਿਆਨ ਹੈ योगी आदित्यनाथ का, फिर गैर जिम्मेदारी बयान, कहा हमारा काम गायें बचाना है, लड़की नहीं। ਦੇਖੋ ਇੱਕ ਮੁੱਖ ਮੰਤਰੀ ਆ, ਉਹਦੇ ਤਾਂ ਕਾਨੂੰਨ ਬਣਾਉਣਾ ਹੁੰਦਾ, ਉਹਦੀ ਪਾਲਣਾ ਥੱਲੇ ਪ੍ਰਸ਼ਾਸਨ ਨੇ ਤਾਂ ਜਾਂ ਲੋਕਾਂ ਨੇ ਕਰਨੀ ਹੁੰਦੀ ਆ। ਮੈਂ ਕਾਨੂੰਨ ਬਣਾ ਦਿੱਤਾ। ਪ੍ਰਸ਼ਾਸਨ ਦੀ ਗੱਲ ਕਰ ਰਹੇ ਆ, ਪ੍ਰਸ਼ਾਸਨ ਦੇ ਕੋਲ ਜਦੋਂ ਪ੍ਰਸ਼ਾਸਨ ਨੇ ਪੂਰਾ ਉਸ ਏਰੀਏ ਨੂੰ, ਹਾਥਰਸ ਨੂੰ ਇੱਕ ਛਾਉਣੀ ਬਣਾਇਆ ਹੋਇਆ, ਐਂਟਰ ਨਹੀਂ ਕੀਤਾ ਜਾਣ ਦੇ ਰਿਹਾ, ਜੇ ਸਰਕਾਰ ਬਾਰ-ਬਾਰ ਇਹ ਗੱਲ ਕਹਿ ਰਹੀ ਕਿ ਰੇਪ ਨਹੀਂ ਹੋਇਆ, ਫਿਰ ਉੱਥੇ 144 ਕਿਉਂ ਲਗਾਈ ਗਈ, ਫਿਰ ਉੱਥੇ ਬਾਕੀਆਂ ਨੂੰ ਐਂਟਰ ਕਿਉਂ ਨਹੀਂ ਦਿੱਤਾ ਜਾ ਰਿਹਾ, ਬਾਰ-ਬਾਰ ਪ੍ਰਸ਼ਾਸਨ ਇਹ ਗੱਲ ਕਿਉਂ ਕਹਿ ਰਿਹਾ ਕਿ ਉੱਪਰੋਂ ਆਰਡਰ ਆਇਆ, ਸਾਨੂੰ ਉੱਪਰੋਂ ਆਰਡਰ ਆਇਆ, ਉੱਪਰੋਂ ਆਰਡਰ ਕਿਹਨੇ ਦਿੱਤਾ? ਆਰਡਰ ਤਾਂ ਕੋਈ ਦਿਖਾਇਆ ਹੀ ਨਹੀਂ। ਮੈਂ ABP ਨਿਊਜ਼ ਦੀ ਜਿਹੜੀ ਆਪਣੀ ਲੜਕੀ ਆ ਐਂਕਰ ਸੀਗੀ, ਮੈਂ ਦੁਪਹਿਰੇ ਵੀ ਉਹਦੀ ਨਿਊਜ਼ ਦੇਖ ਰਿਹਾ ਸੀ, ਉਹਦੀ ਜਿਹੜੀ ਬਹਿਸ ਹੋ ਰਹੀ ਸੀ ਪ੍ਰਸ਼ਾਸਨ ਦੇ ਮੁਲਾਜ਼ਮਾਂ ਨਾਲ, ਉਹ ਕਹਿ ਰਹੇ ਸੀਗੇ ਕਿ ਉਹ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਆ, ਉਹ ਕਹਿ ਰਹੇ ਸੀ ਕਿ ਸਾਨੂੰ ਆਰਡਰ ਆ, ਆਰਡਰ ਉਹਨੇ ਕਿਹਾ ਸੀ ਆਰਡਰ ਦਿਖਾਓ, ਆਰਡਰ ਤਾਂ ਉਹਨਾਂ ਕੋਲ ਕੋਈ ਨਹੀਂ ਸੀਗਾ। ਲੇਕਿਨ ਕਿਤੇ ਨਾ ਕਿਤੇ ਇਹ ਲੱਗਦਾ ਪਿਆ ਸੀਗਾ ਕਿ ਜਿਹੜੇ ਠਾਕੁਰ ਆ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਇਹ ਲਗਾਤਾਰ ਧਮਕੀ ਦੇ ਰਹੇ ਆ ਕਿ ਅਸੀਂ, ਤੁਸੀਂ ਜਾਂ ਰਾਜੀਨਾਮਾ ਕਰੋ, ਜਾਂ ਉਹਨਾਂ ਨੂੰ ਕੰਪੈਲ ਕਰਦੇ ਪਿਆ, ਜਾਂ ਉਹਨਾਂ ਨੂੰ ਇਰੀਟੇਟ ਕਰਦੇ ਪਏ ਇਹਨਾਂ ਚੀਜ਼ਾਂ ਲਈ, ਕਿਉਂ ਉੱਥੇ ਸਾਡੇ ਲੋਕਾਂ ਦੀ ਹਾਲਾਤ ਬਹੁਤ ਮਾੜੇ ਆ। ਇਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉੱਥੇ ਲਗਾਇਆ ਗਿਆ ਕਿ ਉਹਨਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਹਨਾਂ ਨੇ ਮੀਟਿੰਗ ਵੀ ਕਰ ਲਈ ਹੈ, ਇੱਕ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ, ਨਿਊਜ਼ਪੇਪਰਾਂ 'ਚ ਵੀ ਆ ਗਈ ਉਹ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਬਾਹਰਲੇ ਨੂੰ ਅੰਦਰ ਐਂਟਰ ਨਹੀਂ ਦਿੱਤਾ ਜਾਏਗਾ, ਜਿਹੜੇ ਗੈਂਗ ਦੇ ਜਿਹੜੇ ਰੇਪ ਦੇ ਹਥਿਆਰੇ ਨੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਕਿਸੇ ਹੋਰ ਨੂੰ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ। ਇਹ ਅਖਬਾਰ ਦੇ ਵਿੱਚ ਵੀ ਆ ਚੁੱਕਾ, ਇਸ ਬਿਆਨ ਤੇ ਕੀ ਕਹਿਣਾ ਚਾਹੁੰਦੇ? ਇਹ ਦੇਖੋ, ਜੇ ਜਿਹੜੀ ਉਹਨਾਂ ਨੇ ਅੰਦਰ ਦੀ ਗੱਲ ਕਰਦੇ ਆ ਕਿ ਅੰਦਰ ਨਹੀਂ ਜਾਣ ਦੇਵਾਂਗੇ, ਠੀਕ ਆ, ਕੱਲ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਉੱਥੇ ਵਾਰਦਾਤ ਕਰ ਸਕਦਾ। ਮੰਨ ਲਓ ਕੋਈ ਜਾਂਦਾ ਹੈ ਅੰਦਰ, ਕੋਈ ਕਰਦੇ, ਕੋਈ ਹਮਲਾ ਕਰ ਦੇਵੇ, ਕੋਈ ਵਾਰਦਾਤ ਕਰ ਦੇਵੇ, ਕੌਣ ਰਿਸਪੌਂਸੀਬਲ ਆ? ਪਹਿਲਾਂ ਹੀ ਮਾਹੌਲ ਇੰਨਾ ਖਰਾਬ ਹੋਇਆ ਹੋਇਆ, ਲੜਕੀ ਦੀ ਡੈਥ ਹੋਣਾ, ਠੀਕ ਨਹੀਂ, ਉਹ ਪਹਿਲਾਂ ਹੀ ਨਹੀਂ ਸਾਂਭਿਆ ਜਾਂਦਾ ਪਿਆ ਉਹਨਾਂ ਦੇ ਕੋਲੋਂ, ਕਿਉਂ ਪੂਰੇ ਹੁਣ ਇਸ ਟਾਈਮ ਭਾਰਤ ਦੇ ਵਿੱਚ ਇਹ ਲਹਿਰ ਚੱਲ ਪਈ ਆ। ਮੇਰੀ ਗੱਲ ਨਹੀਂ, ਉਹ ਕੱਲੀ ਇੱਕ ਸਟੇਟ ਦੀ ਗੱਲ ਨਹੀਂ ਰਹਿ ਗਈ, ਪੂਰੇ ਭਾਰਤ ਦੀ ਗੱਲ ਹੋ ਗਈ ਆ, ਕਿਉਂ ਅਸੀਂ ਹੁਣ ਸਾਰੇ ਕਹਿੰਦੇ ਕਿ ਸਾਡੀ ਧੀ ਆ, ਸਾਡੇ ਸਮਾਜ ਦੀ ਆ, ਸਾਡਾ ਖੂਨ ਸੀਗਾ, ਅੱਜ ਖੋਲ ਲਿਆ। ਜੇ ਉਹਨਾਂ ਦਾ ਰਾਜਪੂਤਾਂ ਦਾ, ਜੇ ਠਾਕੁਰਾਂ ਦਾ ਖੂਨ ਖੋਲਦਾ ਪਿਆ ਤਾਂ ਸਾਡਾ ਵੀ ਖੂਨ ਖੋਲਦਾ ਪਿਆ। ਅਸੀਂ ਸਾਰੇ ਜਣੇ, ਸਾਡੀਆਂ ਮਾਵਾਂ ਭੈਣਾਂ, ਸਾਰੇ ਜਣੇ ਅਸੀਂ ਸੜਕਾਂ ਤੇ ਆ ਕੇ ਖੜੇ ਆ, ਅਸੀਂ ਇਹ ਲੜਾਈ ਲੜਨ ਨੂੰ ਬਿਲਕੁਲ ਤਿਆਰ ਆ ਔਰ ਪ੍ਰਪੇਅਰ ਬੈਠੇ ਆ। ਅਗਰ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਉੱਥੇ ਵੀ ਪਹੁੰਚਾਂਗੇ ਜੀ। ਪਰ ਜੇ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਵੀ 30 ਸਾਲ ਵਾਲੇ ਹਜੇ ਵੀ ਕੇਸ ਪੈਂਡਿੰਗ ਪਏ ਨੇ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਤੇ ਉਸ ਚੀਜ਼ ਤੇ ਕੀ ਕਹਿਣਾ ਚਾਹੁੰਦੇ? ਮੈਂ, ਮੇਰੀ ਇੱਕ ਗੱਲ ਸੁਣੋ, ਤੁਸੀਂ ਉਹੀ ਗੱਲ ਤੇ ਆਪਾਂ ਆ ਗਏ ਆ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਯੋਗੀ ਸਰਕਾਰ ਦੇ ਇੰਨੇ ਰੇਪ ਹੋਏ ਆ ਕਿ ਕੋਈ ਨਹੀਂ। ਇਹ ਤੁਸੀਂ ਦੇਖੋ ਜਿਹੜੇ ਕੇਸ ਤੁਸੀਂ 30 ਸਾਲ ਤੋਂ ਕਹਿੰਦੇ ਆ, 30 ਸਾਲ ਪਹਿਲਾਂ ਕੋਈ ਕਾਂਗਰਸ ਨਹੀਂ ਸੀ ਉੱਥੇ,
ਉੱਥੇ ਬਹੁਜਨ ਸਮਾਜ ਪਾਰਟੀ ਨੇ ਵੀ ਰਾਜ ਕੀਤਾ ਆ। ਮੇਰੀ ਗੱਲ ਨਹੀਂ ਸੁਣਦੇ, ਕਾਂਗਰਸ ਵੀ ਰਹੀ ਆ ਉੱਥੇ, ਹਰ ਸਰਕਾਰ ਰਹੀ ਆ। 36000 ਕੇਸ ਪੈਂਡਿੰਗ ਪਿਆ ਆ ਜਿਹੜਾ ਉੱਥੇ ਦਾ, ਕਿ ਜਿਹੜੇ ਰੇਪ ਕੇਸ ਆ, ਘਰ ਦੇ ਲੜਾਈਆਂ ਝਗੜਿਆਂ ਦੇ ਕੇਸ ਆ ਲੜਕੀਆਂ ਦੇ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਜਦੋਂ 2015 ਦੇ ਵਿੱਚ ਯੋਗੀ ਸਰਕਾਰ ਬਣੀ ਹੈ ਤੇ ਯੋਗੀ ਸਰਕਾਰ ਦੇ ਦੌਰਾਨ 97300 ਕੁੜੀਆਂ ਦੇ ਨਾਲ ਬਲਾਤਕਾਰ ਹੋਏ ਨੇ, ਜਿਹਦੇ ਵਿੱਚੋਂ 988 ਦੀ ਮੌਤ ਹੋ ਚੁੱਕੀ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਦੇਖੋ ਕੋਰਟ 'ਚ ਪੈਂਡਿੰਗ ਪਏ ਹੋਊਗੇ ਕੇਸ ਜਾਂ ਕੋਰਟ 'ਚ ਚੱਲ ਰਹੇ ਹੋਊਗੇ। ਜੀ, ਅਗਲੀ ਮੇਰੀ ਗੱਲ ਰਣਨੀਤੀ ਸੁਣਦੇ, ਰਹਿਣ ਵਾਲੀ। ਅਗਲੀ ਸਾਡੀ ਰਣਨੀਤੀ ਇਹ ਆ, ਅਗਰ ਜੇ ਉਹਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਉੱਥੇ ਪਹੁੰਚਾਂਗੇ ਸਾਰੀ ਆਪਣੀ ਟੀਮ ਨੂੰ ਲੈ ਕੇ। ਸ਼ਾਇਦ ਇਹ ਵੀ ਨਹੀਂ ਪਤਾ ਸੀ ਅੱਜ ਰਾਤ ਨੂੰ ਹੀ ਚਲੇ ਜਾਈਏ, ਕਿਉਂ ਜਿਹੜੀ ਉਹਨਾਂ ਨੇ ਬੈਰੀਕੇਡਿੰਗ ਕੀਤੀ ਸੀਗੀ ਉਹਨਾਂ ਨੇ ਚੁੱਕ ਦਿੱਤੀ ਆ, ਜਾਨ ਦਿੰਦੇ ਪਏ ਆ। ਹੁਣ ਸ਼ਾਇਦ ਅਸੀਂ ਅੱਜ ਰਾਤ ਨੂੰ ਹੀ ਨਿਕਲ ਜਾਈਏ ਜਾਂ 1-2 ਦਿਨਾਂ ਦੇ ਵਿੱਚ ਸਾਡਾ ਪਲਾਨ ਬਣਦਾ ਪਿਆ ਸਾਡੀ ਟੀਮ ਦਾ। ਅਸੀਂ ਉਹਦੇ ਘਰਦਿਆਂ ਨੂੰ ਮਿਲ ਕੇ ਆਵਾਂਗੇ, ਪਰਿਵਾਰ ਨੂੰ ਮਿਲ ਕੇ ਆਵਾਂਗੇ ਔਰ ਉਹਨਾਂ ਨੂੰ ਹੌਸਲਾ ਦੇ ਕੇ ਆਵਾਂਗੇ। ਔਰ ਉੱਥੇ ਸਾਡੀ ਕੋਸ਼ਿਸ਼ ਹੋਊਗੀ ਕਿ ਉੱਥੇ ਦੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਮਿਲ ਕੇ ਆਈਏ। ਅਸੀਂ ਆਪਣੀ ਕੋਈ ਨਾ ਕੋਈ ਆਪਣੀ ਡਿਮਾਂਡ ਰੱਖੇ ਉਹਨਾਂ ਦੀ। ਉੱਥੇ ਟਵੀਟ ਕੀਤਾ ਗਿਆ ਸੀ ਕਿ ਇਸ ਚੀਜ਼ ਨੂੰ ਲੈ ਕੇ ਤੁਸੀਂ ਕਹਿ ਰਹੇ ਕਿ ਅਸੀਂ ਅੱਜ ਹੀ ਸ਼ਾਇਦ ਨਿਕਲ ਸਕਦੇ ਜਾਂ 2 ਦਿਨਾਂ ਬਾਅਦ ਅਸੀਂ ਜਾਵਾਂਗੇ, ਪਰ ਨਾਲ ਦੀ ਨਾਲ ਉੱਥੇ ਜਿਹੜਾ ਆਵਾਜ਼ ਉਠਾ ਰਿਹਾ ਉਹਦੇ ਤੇ ਪਰਚਾ ਜਿਹੜਾ FIR ਹੈ ਉਹ ਦਰਜ ਕਰ ਦਿੱਤੀ ਜਾ ਰਹੀ। ਹੁਣ ਤੱਕ 105 ਤੇ FIR ਦਰਜ ਹੋ ਚੁੱਕੀ, 26 ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਕੋਈ ਗੱਲ ਨਹੀਂ, ਅਸੀਂ ਵੀ ਗ੍ਰਿਫਤਾਰ ਹੋਵਾਂਗੇ। ਅਸੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਣਾ। ਸਟੈਪ ਬਾਈ ਸਟੈਪ ਅਸੀਂ ਅੱਗੇ ਜਾਵਾਂਗੇ। ਸਮਾਜ ਸਾਡਾ ਅੱਗੇ ਜਾਊਗਾ, ਜਾਗਰੂਕ ਸਮਾਜ ਹੈ ਸਾਡਾ, ਠੀਕ ਨਹੀਂ। ਮੈਂ ਪਹਿਲਾਂ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਅਸੀਂ ਮੰਨਣ ਵਾਲੇ ਲੋਕ ਆ, ਅਸੀਂ ਡਰਨ ਵਾਲੇ ਲੋਕ ਨਹੀਂ ਹੈਗੇ। ਔਰ ਅਸੀਂ ਜੇ ਅੱਗੇ ਸਟੈਪ ਚੱਕਿਆ ਤਾਂ ਅਸੀਂ ਪੈਰ ਅੱਗੇ ਵਧਾਵਾਂਗੇ, ਪਿੱਛੇ ਨਹੀਂ ਹੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਜੈ ਭੀਮ, ਜੈ ਭਾਰਤ ਜੀ। ਵਾ ਉਹਨੂੰ ਅਸੀਂ ਪੂਰੇ ਵਾਲਮੀਕਨ ਸਮਾਜ ਵੱਲੋਂ ਨਿਆਂ ਦਿਵਾਇਆ ਵਾ। ਦੇਖੋ ਕਿਸੇ ਨੇ ਵੀ ਚਾਹੇ ਉਹਦੀ ਰੀੜ੍ਹ ਦੀ ਹੱਡੀ ਤੋੜੀ ਆ, ਹੱਡੀਆਂ ਤੋੜੀਆਂ ਆ, ਚਾਹੇ ਉਹਦੀ ਜ਼ਬਾਨ ਕੱਟੀ ਗਈ ਆ, ਪਰ ਉਹ ਰੇਪ ਨਾਲੋਂ ਘੱਟ ਨਹੀਂ ਆ। ਪਰ ਫਿਰ ਵੀ ਉਸ ਦੇ ਨਾਲ ਰੇਪ ਹੋਇਆ। ਮਨੀਸ਼ਾ ਨੇ ਆਪ ਖੁਦ ਮੂੰਹੋਂ ਕਿਹਾ, ਜੋ ਜਾਂਦੇ ਜਾਂਦੇ ਬਿਆਨ ਦੇ ਗਈ ਆ। ਤਾਂ ਅਸੀਂ ਇਹ ਪੂਰੇ ਭਾਰਤ ਦੀ ਜੋ ਸਰਕਾਰ ਆ, ਜੋ ਯੂਪੀ ਸਰਕਾਰ ਆ ਤੇ ਮੋਦੀ ਸਰਕਾਰ ਤੇ ਯੋਗੀ ਸਰਕਾਰ, ਉਸ ਨੂੰ ਅਪੀਲ ਕਰਦੇ ਆ ਆਪਣੇ ਵਾਲਮੀਕੀ ਸਮਾਜ ਵੱਲੋਂ ਕਿ ਚਾਹੇ ਉਹ ਹੱਡੀਆਂ ਤੋੜੀਆਂ, ਚਾਹੇ ਉਹ ਰੇਪ ਹੋਇਆ, ਪਰ ਜੋ ਜਿਨ੍ਹਾਂ ਨੇ ਹੱਤਿਆਚਾਰ ਕੀਤਾ ਆ ਉਹਨਾਂ ਨੂੰ ਜੇਕਰ ਫਾਂਸੀ ਨਾ ਦਿੱਤੀ ਗਈ ਤੇ ਅਸੀਂ ਪੂਰੇ ਸਮਾਜ ਵੱਲੋਂ, ਕਿਉਂਕਿ ਸਾਨੂੰ ਸਰਕਾਰਾਂ ਬਣਾਉਣੀਆਂ ਵੀ ਆਉਂਦੀਆਂ ਤੇ ਸਰਕਾਰਾਂ ਸਾਨੂੰ ਢਾਉਣੀਆਂ ਵੀ ਆਉਂਦੀਆਂ। ਫਿਲਹਾਲ ਦੀ ਘੜੀ ਅਸੀਂ ਇੱਥੇ ਹਜੇ ਕੈਂਡਲ ਮਾਰਚ ਕੱਢ ਰਹੇ ਹਾਂ। ਜੇਕਰ ਅਸੀਂ ਮੋਮਬੱਤੀ ਨੂੰ ਸਾੜ ਸਕਦੇ ਹਾਂ ਤੇ ਅਸੀਂ ਉਹਨਾਂ ਦਰਿੰਦਿਆਂ ਨੂੰ ਜਿਹੜੇ ਅੱਜ ਦੀਆਂ ਧੀਆਂ ਭੈਣਾਂ ਤੇ ਹੱਤਿਆਚਾਰ ਕਰਦੇ ਆ, ਉਹ ਹੱਤਿਆਚਾਰ ਭਾਵੇਂ ਛੋਟਾ ਭਾਵੇਂ ਵੱਡਾ, ਪਰ ਉਹ ਦੇਸ਼ ਦੀ ਬੇਟੀ ਦੀ ਜੋ ਜ਼ਿੰਦਗੀ ਦਾ ਸਵਾਲ ਆ, ਅੱਜ ਉਹ ਸਾਡੀ ਮਨੀਸ਼ਾ ਭੈਣ ਦੁਨੀਆ ਤੇ ਨਹੀਂ ਰਹੀ। ਤੇ ਅਸੀਂ ਇਹ ਪੂਰੇ ਸਮਾਜ ਵੱਲੋਂ ਅਪੀਲ ਕਰਦੇ ਹਾਂ, ਜੇਕਰ ਉਹਨਾਂ ਨੂੰ ਫਾਂਸੀ ਨਾ ਦਿੱਤੀ ਗਈ ਜਲਦ ਤੋਂ ਜਲਦ, ਤੇ ਅਸੀਂ ਆਪਣੇ ਸਮਾਜ ਵੱਲੋਂ, ਪੂਰੇ ਦਲਿਤ ਸਮਾਜ ਵੱਲੋਂ, ਇਹ ਜੋ ਮਨੂਵਾਦੀ ਸਰਕਾਰ ਆ, ਮਨੂਵਾਦੀ ਜਿਹੜੇ ਦਰਿੰਦੇ ਆ, ਉਹਨਾਂ ਦੀਆਂ ਅਸੀਂ ਧੱਜੀਆਂ ਉਡਾ ਦੇਵਾਂਗੇ। ਉਹ ਭਾਵੇਂ ਸਰਕਾਰ ਹੋਵੇ ਚਾਹੇ ਉਹ ਦਰਿੰਦੇ ਹੋਣ। ਇਹਦੇ ਨਾਲ ਇੱਕ ਬੜਾ ਅਹਿਮ ਸਵਾਲ ਜੋੜਦਾ, ਤੁਸੀਂ ਸਾਰੇ ਯੰਗਸਟਰ ਖੜੇ ਹੋ ਔਰ ਸਾਡੀ ਜਵਾਨੀ ਖੜੀ ਹੈ ਸਾਰੀ, ਪਰ ਇਹ ਗੱਲ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਰਿਟਾਇਰ ਜੱਜ ਨੇ ਉਹਨਾਂ ਦਾ ਬਿਆਨ ਆਉਂਦਾ ਹੈ। ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਇਹ ਰੇਪ ਹੋਇਆ, ਇਹਨੂੰ ਰੇਪ ਨਹੀਂ ਕਿਹਾ ਜਾ ਸਕਦਾ, ਇਹਨੂੰ ਹਵਸ ਕਿਹਾ ਜਾ ਸਕਦਾ। ਉਹ ਵੀ ਇਸ ਲਈ ਕਿਹਾ ਜਾ ਸਕਦਾ ਕਿਉਂਕਿ ਜਿਹੜਾ ਰੇਪ ਹੋਇਆ ਉਹ ਬੇਰੋਜ਼ਗਾਰੀ ਕਾਰਨ ਹੋਇਆ, ਕਿ ਮੁੰਡੇ ਬੇਰੋਜ਼ਗਾਰ ਨੇ ਜਿਨ੍ਹਾਂ ਨੂੰ ਹਵਸ ਜਦੋਂ ਇਦਾਂ ਚੜ ਜਾਂਦੀ ਦਿਮਾਗ ਨੂੰ, ਤੇ ਇਸ ਲਈ ਉਹ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ, ਕਿਉਂਕਿ ਕੁੜੀਆਂ ਬੇਰੋਜ਼ਗਾਰ ਮੁੰਡਿਆਂ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਰਹੀਆਂ ਨੇ। ਜੀ ਦੇਖੋ, ਇਹ ਤਾਂ ਹੁਣ ਮਨ ਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਵਾ, ਕਿਉਂਕਿ ਮਨੂਵਾਦ ਸਰਕਾਰਾਂ ਆ ਜਿਹੜੀਆਂ, ਜਾਂ ਮਨੂਵਾਦ ਲੋਕ ਆ, ਉਹ ਸ਼ੁਰੂ ਤੋਂ ਹੀ ਸਿਆਸਤ ਵਾਲੇ ਆ। ਸਾਡੇ ਦਲਿਤ ਸਮਾਜ ਨੂੰ ਦੱਬਿਆ ਜਾਂਦਾ ਆ। ਇਹ ਇੱਕ ਮਨ ਘੜਤ ਕਹਾਣੀ ਆ। ਮੈਂ ਤੁਹਾਨੂੰ ਇਹ ਸਵਾਲ ਇਹ ਪੁੱਛ ਰਹੀ ਹਾਂ, ਮੇਰਾ ਪੁੱਛਣ ਦਾ ਇਹ ਭਾਵ ਹੈ ਕਿ ਤੁਸੀਂ ਨੌਜਵਾਨ ਹੋ, ਤੁਸੀਂ ਵੀ ਬੇਰੋਜ਼ਗਾਰ, ਤੁਹਾਡੇ ਤੋਂ ਸਾਰੇ ਤਾਂ ਰੋਜ਼ਗਾਰ ਵਾਲੇ ਨਹੀਂ ਹੋਣਗੇ, ਤੁਹਾਡੇ ਚੋਂ ਵੀ ਕੋਈ ਬੇਰੋਜ਼ਗਾਰ ਹੋਏਗਾ। ਕਿ ਤੁਹਾਡੇ ਨਾਲ ਵੀ ਕਦੀ ਹੁੰਦਾ ਹੈ? ਬੜੇ ਮਾਨਯੋਗ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ, ਇਹ ਉਹਨਾਂ ਦਾ ਬਿਆਨ ਹੈ ਕਿ ਜਦੋਂ ਮੁੰਡਿਆਂ ਨੂੰ ਹਵਸ ਚੜ ਜਾਂਦੀ, ਜਦੋਂ ਉਹਨਾਂ ਦੇ ਦਿਮਾਗ ਨੂੰ ਸੈਕਸ ਚੜ ਜਾਂਦਾ, ਤੇ ਫਿਰ ਉਹ ਇਹੋ ਜਿਹੀ ਘਟੀਆ ਵਾਰਦਾਤ ਨੂੰ ਅੰਜਾਮ ਦਿੰਦੇ ਆ। ਇਹਨੂੰ ਅਸੀਂ ਰੇਪ ਨਹੀਂ ਕਹਿ ਸਕਦੇ, ਇਹ ਬੇਰੋਜ਼ਗਾਰੀ ਆ। ਜੀ ਇਹ ਬੇਰੋਜ਼ਗਾਰੀ ਨਹੀਂ ਆ, ਇਹ ਮਨੂਵਾਦੀ ਸਰਕਾਰਾਂ ਵੱਲੋਂ ਇੱਕ ਬਹੁਤ ਵੱਡੀ ਚਾਲ ਆ। ਅੱਜ ਜੇਕਰ ਦੇਸ਼ ਦੇ ਵਿੱਚ ਬੇਰੋਜ਼ਗਾਰੀ ਆ, ਉਹ ਵੀ ਇਹਨਾਂ ਮਨੂਵਾਦੀ ਸਰਕਾਰਾਂ ਦਾ ਕਰਕੇ ਆ। ਅੱਜ ਦੇਸ਼ ਦੇ ਪੂਰੇ ਭਾਰਤ ਦੇ ਵਿੱਚ ਬੇਰੋਜ਼ਗਾਰੀ ਹੈ ਨਹੀਂ ਆ, ਪਰ ਬੇਰੋਜ਼ ਲੋਕਾਂ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਾਣ ਜਾਣ ਕੇ। ਪਰ ਇਹ ਇੱਕ ਹਵਸ਼ ਨਹੀਂ ਆ, ਇਹ ਇੱਕ ਬਹੁਤ ਹੀ ਵੱਡੀ ਭਾਰਤ ਨੂੰ ਹਿੰਦੁਸਤਾਨ ਬਣਾਉਣ ਦੀ ਇੱਕ ਸਾਜ਼ਿਸ਼ ਆ ਜੋ ਮਨੂਵਾਦੀ ਸਰਕਾਰਾਂ ਕਰ ਰਹੀਆਂ ਵਾ। ਉਹ ਇਸ ਦੇਸ਼ ਨੂੰ ਬੇਰੋਜ਼ਗਾਰ ਬਣਾ ਰਹੇ ਆ, ਜਿਹਦਾ ਕਰਕੇ ਸਿੱਧਾ ਜੋ ਵੀ ਜ਼ਿੰਮੇਵਾਰ ਹੈ ਉਹ ਸਿੱਧਾ ਭਾਰਤ ਦੀ ਸਰਕਾਰ ਆ, BJP ਸਰਕਾਰ ਆ। ਇਹਨਾਂ ਨੇ ਜਾਣ ਕੇ ਬੇਰੋਜ਼ਗਾਰ ਲੋਕਾਂ ਨੂੰ ਕੀਤਾ ਆ, ਲੋਕਾਂ ਨੂੰ ਟੌਰਚਰ ਕਰਦੇ ਆ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਦਾਂ ਦੇ ਉਹ
ਵਹਿਮ ਭਰਮ ਭਰਦੇ ਆ, ਜਿਹਦਾ ਕਰਕੇ ਅੱਜ ਇਹ ਹੋ ਰਿਹਾ ਵਾ। ਸਿਰਫ ਇਹ ਬੀਜੇਪੀ ਸਰਕਾਰਾਂ ਜੋ ਬੇਰੋਜ਼ਗਾਰੀਆਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬੇਰੋਜ਼ਗਾਰੀ ਲੈ ਕੇ ਆਏ ਆ, ਇਹ ਉਹਦੀ ਵਜ੍ਹਾ ਨਾਲ ਹੋ ਰਿਹਾ। ਇਹ ਸਿੱਧਾ ਸਰਕਾਰ ਹੀ ਜ਼ਿੰਮੇਵਾਰ ਹੈ, ਕਿਉਂਕਿ ਬੇਰੋਜ਼ਗਾਰ ਅੱਜ ਜੋ ਵੀ ਦੁਨੀਆ, ਜੋ ਵੀ ਸਮਾਜ ਆ, ਜਿੰਨੇ ਵੀ ਲੀਡਰ ਆ ਜਾਂ ਜਿੰਨੀਆਂ ਵੀ ਸਰਕਾਰਾਂ, ਇਹ ਉਹ ਬੇਰੋਜ਼ਗਾਰੀ ਪੂਰੇ ਭਾਰਤ 'ਚ ਲੈ ਕੇ ਆਉਂਦੇ ਆ। ਉਹ ਬੇਰੋਜ਼ਗਾਰੀ ਦਾ ਕਰਕੇ ਜਿਹੜੇ ਇਹ ਨੌਜਵਾਨ ਆ ਅੱਜ ਇਦਾਂ ਵਿਹਲੇ ਖੜੇ ਆ, ਕਿਉਂਕਿ ਇਹ ਸਿੱਧਾ ਸਰਕਾਰ ਦਾ ਹੀ ਹੱਥ ਹੈ ਜੀ ਇਹ 'ਚ। ਪਰ ਦੂਜੇ ਪਾਸੇ ਜੇ ਗੱਲ ਕਰੀਏ, ਆਦਿੱਤਿਆ ਯੋਗੀ ਨਾਥ ਦੀ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਗਾਂ ਬਚਾ ਸਕਦੇ ਹਾਂ, ਅਸੀਂ ਲੜਕੀ ਬਚਾਉਣ ਦਾ ਕੰਮ ਸਾਡਾ ਨਹੀਂ ਹੈ। ਇਸ ਬਿਆਨ ਤੇ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਸਰਕਾਰਾਂ ਬਣਾ ਸਕਦੇ ਹਾਂ ਤਾਂ ਸਾਨੂੰ ਸਰਕਾਰਾਂ ਢਾਉਣੀਆਂ ਵੀ ਆਉਂਦੀਆਂ, ਕਿਉਂਕਿ ਅਸੀਂ ਸਿੱਧਾ ਕਿਉਂਕਿ ਜਿਹੜੀ ਇੱਕ ਨਾਰੀ ਆ ਉਹ ਤੋਂ ਹੀ ਘਰ ਚੱਲਦੇ ਆ, ਉਹ ਤੋਂ ਹੀ ਭਾਰਤ ਬਣਦਾ ਆ। ਕਿਉਂਕਿ ਗਾਵਾਂ ਦੇਖੋ, ਚਲੋ ਮੰਨਦੇ ਆ ਕਿ ਗਾਂ ਮਾਂ ਆ, ਪਰ ਅੱਜ ਦੁਨੀਆ ਜਿਹੜੀ ਬਣੀ ਆ ਉਹ ਪਹਿਲ ਦੇ ਆਧਾਰ ਤੇ ਨਾਰੀ ਤੋਂ ਹੀ ਬਣੀ ਆ, ਕਿਉਂਕਿ ਨਾਰੀ ਦਾ ਸਤਿਕਾਰ ਕਰਨਾ ਚਾਹੀਦਾ ਆ। ਜੇਕਰ ਅੱਜ ਜੋਗੀ ਆਪਣਾ ਬਿਆਨ ਦਿੰਦਾ ਕਿ ਅਸੀਂ ਗਾਵਾਂ ਬਚਾ ਸਕਦੇ ਆ ਪਰ ਭੈਣਾਂ ਨੂੰ ਨਹੀਂ ਬਚਾ ਸਕਦੇ, ਪਰ ਅਸੀਂ ਇਹ ਸਿੱਧਾ ਜੋਗੀ ਨੂੰ ਤੇ ਸਿੱਧਾ ਮਨੂਵਾਦੀ ਸਰਕਾਰਾਂ ਨੂੰ ਇਹ ਚੈਲੰਜ ਕਰਦੇ ਆ ਕਿ ਜੇਕਰ ਤੂੰ ਮਾਮਾ ਨਹੀਂ ਬਚਾ ਸਕਦਾ, ਪਰ ਅਸੀਂ ਮਾਵਾਂ ਬਚਾਉਣ ਲਈ ਅੱਜ ਮੈਦਾਨ 'ਚ ਉਤਰੇ ਆ। ਜੇਕਰ ਤੂੰ ਮਾਵਾਂ ਭੈਣਾਂ ਦੀ ਇੱਜ਼ਤ ਨਹੀਂ ਕਰਦਾ, ਉਹਨਾਂ ਦੀ ਜ਼ਿੰਦਗੀ ਨਹੀਂ ਬਚਾ ਸਕਦਾ, ਤਾਂ ਅਸੀਂ ਧੱਜੀਆਂ ਉਡਾ ਦਿਆਂਗੇ। ਜਿਹੜੀ ਪੰਜਾਬ ਸਰਕਾਰ ਆ ਜਾਂ ਯੂਪੀ ਸਰਕਾਰ ਆ, ਪੂਰੇ ਭਾਰਤ ਦੀ ਸਰਕਾਰ ਜਿਹੜੀ ਮਨੂਵਾਦੀ ਸਰਕਾਰ ਆ, ਇਹਨਾਂ ਦੀਆਂ ਅਸੀਂ ਧੱਜੀਆਂ ਉਡਾਵਾਂਗੇ। ਜੇਕਰ ਇਹ ਭੈਣਾਂ ਨੂੰ ਨਹੀਂ ਬਚਾ ਸਕਦੇ, ਅਸੀਂ ਅੱਜ ਵੀ ਮੈਦਾਨ ਦੇ ਵਿੱਚ ਖੜੇ ਆ ਤੇ ਸ਼ੁਰੂ ਤੋਂ ਖੜੇ ਆਏ ਤੇ ਖੜੇ ਰਵਾਂਗੇ। ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਮਨੀਸ਼ਾ ਭੈਣ ਨੂੰ ਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਧੀਆਂ, ਉਹਨਾਂ ਦੀ ਜ਼ਿੰਦਗੀ ਬਚਾਉਣ ਲਈ। ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਲਗਾਤਾਰ ਜਿਹੜਾ ਰੋਸ ਆ ਉਹ ਜਾਰੀ ਹੈ ਕਿ ਮਨੀਸ਼ਾ ਵਾਲਮੀਕੀ ਨੂੰ ਇਨਸਾਫ ਜਿਹੜਾ ਉਹ ਮਿਲ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਉੱਦਾਂ ਵੀ ਕਿਹਾ ਜਾਂਦਾ ਹੈ, ਸ੍ਰਿਸ਼ਟੀਕਰਤਾ ਵਾਲਮੀਕੀ ਦयावान ਜੀ ਵੀ ਇਹ ਗੱਲ ਨੂੰ ਕਹਿੰਦੇ ਨੇ ਕਿ ਜਨਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ। ਪਰ ਅੱਜ ਜਿਹੜੀਆਂ ਜੰਨੀਆਂ ਨੇ, ਜਿਹੜੀਆਂ ਧੀਆਂ ਨੇ, ਉਹ ਅੱਜ ਮਹਿਫੂਜ਼ ਨਹੀਂ ਨੇ, ਸੇਫ ਨਹੀਂ ਆ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਕਿਹੜੀ ਮਨੀਸ਼ਾ ਵਾਲਮੀਕੀ ਬਣ ਜਾਏਗੀ, ਇਹ ਪਤਾ ਨਹੀਂ ਚੱਲਣਾ। ਸੋ ਸਾਰੇ ਸਮਾਜ ਨੂੰ ਹਮਲਾ ਮਾਰਨ ਦੀ ਲੋੜ ਆ ਕਿ ਜਿਹੜੀ ਯੋਗੀ ਆਦਿੱਤਿਆਨਾਥ ਦੀ ਸਟੇਟਮੈਂਟ ਆਈ ਹੈ ਕਿ ਅਸੀਂ, ਸਾਡੀ ਗਵਰਨਮੈਂਟ ਦਾ ਕੰਮ ਹੈ ਗਾਵਾਂ ਬਚਾਉਣਾ, ਲੜਕੀਆਂ ਬਚਾਉਣਾ ਨਹੀਂ। ਅਸੀਂ ਬੜੀ ਘਟੀਆ ਸਟੇਟਮੈਂਟ ਹੈ ਕਿ ਸਾਡੇ ਦੇਸ਼ ਦੀ ਧੀ ਕੀ ਕਰੇਗੀ, ਸਾਡੇ ਆਉਣ ਵਾਲੀ ਜਨਰੇਸ਼ਨ ਕੀ ਕਰੇਗੀ। ਭਵਿੱਖ ਜਿਹੜਾ ਖਤਰੇ 'ਚ ਨਜ਼ਰ ਆ ਰਿਹਾ ਹੈ, ਕੁੜੀਆਂ ਖਤਰੇ 'ਚ ਨਜ਼ਰ ਆ ਰਹੀਆਂ ਨੇ। ਅੱਜ ਮੋਦੀ ਸਾਹਿਬ ਦਾ ਨਾਰਾ ਫੇਲ ਹੁੰਦਾ ਨਜ਼ਰ ਆ ਰਿਹਾ, ਬੇਟੀ ਬਚਾਓ ਬੇਟੀ ਪੜਾਓ। ਇਹ ਉਲਟ ਹੋ ਗਿਆ ਹੈ ਕਿ ਬੇਟੀ ਜਵਾਨ ਕਰੋ, ਬਲਾਤਕਾਰ ਕਰਵਾਓ, ਪਰ ਇਨਸਾਫ ਦੀ ਮੰਗ ਜਿਹੜੀ ਉਹ ਕਦੇ ਵੀ ਨਾ ਕਰਿਓ। ਜੇ ਇਨਸਾਫ ਦੀ ਮੰਗ ਕੀਤੀ ਤੇ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਤੁਹਾਨੂੰ ਦੱਬ ਲੈਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੇ ਵੀ ਇਹ ਸੋਚ ਨਹੀਂ ਸਕਦੇ ਕਿ ਤੁਹਾਡੀਆਂ ਭੈਣਾਂ ਨੂੰ, ਤੁਹਾਡੀਆਂ ਕੁੜੀਆਂ ਨੂੰ ਜਾਂ ਦੇਸ਼ ਦੀਆਂ ਜਿੰਨੀਆਂ ਵੀ तमाम ਲੜਕੀਆਂ ਨੇ ਉਹਨਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਇਹੋ ਜਿਹੀਆਂ ਘਟੀਆਂ ਸੋਚਾਂ ਵਾਲੀਆਂ ਸਰਕਾਰਾਂ ਨੂੰ ਵਾਕਈ ਇਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਜੇ ਸਰਕਾਰ ਕਹਿੰਦੀ ਕਿ ਇਹ ਰੇਪ ਨਹੀਂ ਆ, ਫਿਰ ਸਰਕਾਰ 144 ਕਿਉਂ ਲਗਾਉਂਦੀ ਹੈ? ਪ੍ਰਿयंका ਗਾਂਧੀ, ਰਾਹੁਲ ਗਾਂਧੀ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਫਿਰ ਮੀਡੀਆ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਉਹਦੇ ਪਰਿਵਾਰ ਨੂੰ ਨਜ਼ਰਬੰਦ ਕਿਉਂ ਕੀਤਾ ਜਾ ਰਿਹਾ ਹੈ? ਇਹ तमाम ਸਵਾਲ ਜਿਹੜੇ ਨੇ ਯੋਗੀ ਨਾਥ ਦੇ ਲਈ ਨੇ। ਜੇ ਹੋ ਸਕੇ ਤਾਂ ਇਹਨਾਂ ਦਾ ਆਵਾਮ ਜਿਹੜੀ ਹੈ ਜਵਾਬ ਮੰਗ ਰਹੀ ਹੈ, ਸੋ ਦੇਣਾ ਚਾਹੀਦਾ ਹੈ। ਜਦੋਂ ਟਰੰਪ ਜਦੋਂ ਬਿਮਾਰ ਹੁੰਦਾ, ਉਹਨੂੰ ਕੋਵਿਡ ਹੁੰਦਾ ਹੈ ਤੇ ਉਹਦੇ ਲਈ ਟਵੀਟ ਕੀਤਾ ਜਾਂਦਾ ਮੋਦੀ ਵੱਲੋਂ, ਤੇ ਇਸ ਬੱਚੀ ਦੇ ਲਈ ਇੱਕ ਟਵੀਟ ਤਾਂ ਬੜੀ ਦੂਰ ਦੀ ਗੱਲ, ਇੱਕ ਵਾਰੀ ਭਾਵਕ ਹੋ ਕੇ ਇੱਕ ਬਿਆਨ ਵੀ ਨਹੀਂ ਆਣਾ। ਇਹ ਬੜੀ ਵੱਡੀ ਸੋਚੀ ਸਮਝੀ ਸਾਜ਼ਿਸ਼ ਲੱਗਦੀ ਹੈ ਕਿ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ, ਕਦੋਂ ਤੱਕ ਉਹ ਇੰਤਜ਼ਾਰ ਕਰਨਗੇ। ਸੋ ਉਸ ਇਨਸਾਫ ਦੇ ਲਈ ਵਾਲਮੀਕੀ ਸਮਾਜ ਰੋਜ਼ ਦੇ ਵਿੱਚ ਤੇ ਲਗਾਤਾਰ ਪ੍ਰੋਟੈਸਟ ਜਿਹੜੇ ਉਹਨਾਂ ਦੇ ਜਾਰੀ ਨੇ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਦੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦੋ ਇਜਾਜ਼ਤ। ਧੰਨਵਾਦ।